पाए गहे जब ते तुमरे, तब ते कऊ आँख तरे नहीं अन्यो। राम रहीम पुराण कुरान, अनेक कह मत एक ना मान्यो। सिमरत शास्त्र वेद सभै, बहु भेद कहै हम एक न जान्यो। सिरि असपान कृपा तुमरी कर, मैं ना कहयो सब तोहे बखान्यो। सगल द्वार को छाड़ के, गहयो तुहारो द्वार। बाहें गहे की लाज अस, गोबिंद दास तुहार। बाहें गहे की लाज अस, गोबिंद दास तुहार। भूल जो चूक परी हम ते, गुर किंकर तुम ते बख्सावत। लाज रखो हर नाम की, सिख मैं तुमरो जग माहे कहावत। लाज रखो निज नाम की, सिख मैं तुमरो जग माहे कहावत। ਏਕੰਕਾਰਾ ਸਤਿਗੁਰੂ, तेह प्रसाद सच होए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। एक ओंकार सतगुर प्रसाद, अथ मूल मंत्र गुरु खालसे सिंह जी का लिखियते। दोहरा वासी सब श्री खालसा, पुर आनंद सिर मोर। दया सिंध श्री सतगुरु, बस्त सदा जिह ठौर। वासी सब श्री खालसा, पुर आनंद सिर मोर। दया सिंध श्री सतगुरु, बस्त सदा जिह ठौर। वाहिगुरु जी का खालसा, वाहिगुरु जी की फतेह। धन धन सतगुरु श्री गुरु गोबिंद सिंह महाराज सच्चे पातशाह जी की अपार बख्शिश रहमत का सदका, गुरु स्वरूप गुरु खालसा साध संगत जी, आप सब संगतां दे हुक्म अनुसार जो कि धन धन सतगुरु गुरु गोबिंद सिंह महाराज सच्चे पातशाह जी की उस्तत दे विच अते सतगुरु गुरु गोबिंद सिंह महाराज सच्चे पातशाह जी दे साजे निवाजे सतगुरु गुरु गोबिंद सिंह महाराज सच्चे पातशाह जी दे पंचम साहिबजादे खालसे की उस्तत विच पंज प्यारियां दे अते पंज वीर पंज मुक्ते उन्हां दी जानकारी दे प्रति जो बाणी है अथ मूल मंत्र गुरु खालसे सिंह जी का, जिस दा नितनेम गुरु के सिंह गुरु के निहंग सिंह रोज़ाना ही अभ्यास विच करते ने। और प्यार वालियो श्रोमणी पंथ अकाली बुढ़ा दल पंजवां तख्त दे नितनेम दी पोथी दे विच भी ये बाणी दर्ज है। सो कुछ समय तो देशां विदेशां दीयां संगतां दा यह हुक्म सी कि इस बाणी दे उत्ते थोड़ा जिहा विचार जो कि कीती जावे। सो आप सब संगतां दे असीसां दा सदका धन धन सतगुरु गुरु गोबिंद सिंह महाराज सच्चे पातशाह जी की रहमत किरपा बख्शिश का सदका इस पावन बाणी की विचार आरंभ करन जा रहे हैं। सतगुर किरपा करन सीस ते मेहर भरिया हथ रख के अंग संग सहाय हो करके आप ही विचार संपूर्ण करवाउण। खालसा जी जो इतिहासक तत्त ने इस बाणी के अंदर जिथे खालसे की उस्तति है, खालसा साजण का जो इस दे विच
ਸੀਨ ਖਿੱਚਿਆ ਗਿਆ ਹੈ ਕਿ ਖਾਲਸੇ ਨੂੰ ਸਾਜਣ ਦੇ ਜੋ ਉਹ ਤਸਵੀਰਾਂ, ਭਾਵ ਕਿ ਉਹ ਇਤਿਹਾਸ ਇਸ ਦੇ ਵਿੱਚ ਮਿਲਦਾ ਹੈ। ਦੂਸਰਾ, ਜੋ ਖਾਲਸੇ ਦੀ ਰਹਿਤਨਾਮਾ ਹੈ, ਖਾਲਸੇ ਦੀ ਮਰਿਆਦਾ ਹੈ, ਉਹ ਵੀ ਬਚਨ ਇਸ ਬਾਣੀ ਦੇ ਵਿੱਚ ਆਉਂਦੇ ਨੇ। ਔਰ ਪੰਜਾਂ ਪਿਆਰਿਆਂ ਦੇ ਜਨਮ ਅਤੇ ਉਹਨਾਂ ਦੇ ਜਨਮ ਅਸਥਾਨ, ਪੰਜ ਪਿਆਰੇ ਸਿੰਘ ਸਹਿਬਾਨਾਂ ਦੇ ਜਨਮ ਬਾਰੇ, ਉਹਨਾਂ ਦੇ ਜਨਮ ਅਸਥਾਨਾਂ ਬਾਰੇ ਵੀ ਇਸ ਬਾਣੀ ਵਿੱਚ ਹੈ। ਔਰ ਅੰਮ੍ਰਿਤ ਦੀ ਮਹਾਨਤਾ ਬਾਰੇ, ਅੰਮ੍ਰਿਤ ਦੀ ਵਡਿਆਈ ਬਾਰੇ ਉਹ ਵੀ ਇਸ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਪੁਰਾਤਨ ਸਮੇਂ ਤੋਂ ਹੀ ਇਹ ਬਾਣੀ ਸੀਨੇ ਬਸੀਨੀ ਗੁਰੂ ਖਾਲਸਾ ਪੰਥ ਦੇ ਵਿੱਚ ਚੱਲੀ ਆ ਰਹੀ ਹੈ। ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਵਿੱਚ ਇਹਦਾ ਬਾਣੀ ਦਾ ਨਿਤਨੇਮ ਕੀਤਾ ਜਾਂਦਾ ਹੈ, ਜਾਪ ਕੀਤਾ ਜਾਂਦਾ ਹੈ। ਗੁਰੂ ਕੇ ਨਿਹੰਗ ਸਿੰਘ ਕਰਦੇ ਨੇ ਤੇ ਕਰਦੇ ਰਹਿਣਗੇ। ਕੁਝ ਬਾਣੀਆਂ ਸੀਨੇ ਬਸੀਨੀ ਗੁਰੂ ਕੇ ਪੰਥ ਦੇ ਵਿੱਚ ਚੱਲਦੀਆਂ ਆ ਰਹੀਆਂ ਨੇ। ਸੋ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ 96 ਕਰੋੜੀ, ਉਹ ਮਹਾਂਪੁਰਖ ਇਸ ਬਾਣੀ ਦਾ ਨਿਤਨੇਮ ਅਕਸਰ ਕਰਿਆ ਕਰਦੇ ਸਨ। ਪੋਥੀ ਨੂੰ ਆਪਣੇ ਕਮਰ ਕੱਸੇ ਖਜ਼ਾਨੇ ਵਿੱਚ ਰੱਖਿਆ ਕਰਦੇ ਸਨ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਨੇ ਇਸ ਬਾਣੀ ਨੂੰ ਬਹੁਤੇ ਸਿੰਘਾਂ ਨੂੰ ਕੰਠ ਕਰਨ ਦੀਆਂ ਹਦਾਇਤਾਂ ਕੀਤੀਆਂ। ਔਰ ਸਿੰਘ ਸਾਹਿਬ ਜੀ ਨੇ ਇਹ ਬਾਣੀ ਨੂੰ ਕੰਠ ਕਰਵਾਇਆ ਵੀ, ਕਿਉਂਕਿ ਇਸ ਮੂਲ ਮੰਤਰ ਬਾਣੀ ਦੇ ਵਿੱਚ, ਗੁਰੂ ਖਾਲਸੇ ਦੀ ਇਸ ਬਾਣੀ ਦੇ ਵਿੱਚ ਇਹ ਵੀ ਬਚਨ ਮਿਲੇਗਾ ਕਿ ਇਹ ਮੂਲ ਮੰਤਰ ਜੋ ਪੜ੍ਹੈ ਸੋ ਨਾਹੀ ਜੰਪੁਰ ਜਾਏ, ਕਿ ਜਿਹੜਾ ਵੀ ਇਹ ਮੂਲ ਮੰਤਰ ਇਸ ਬਾਣੀ ਦਾ ਅਭਿਆਸ ਕਰੇਗਾ ਜਾਂ ਸੁਣੇਗਾ ਉਹ ਜਮਾਂ ਦੀ ਫਾਹੀ ਤੋਂ ਬਚ ਜਾਵੇਗਾ। ਕਿਉਂਕਿ ਜਿਹਨੂੰ ਖਾਲਸੇ ਦੀ ਸੋਝੀ ਹੋ ਗਈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਦੀ ਸੋਝੀ ਹੋ ਗਈ ਕਿ ਅੰਮ੍ਰਿਤ ਦੀ ਮਹਾਨਤਾ ਕੀ ਹੈ, ਸੱਚ ਹੈ, ਜਿਹਨੂੰ ਅੰਮ੍ਰਿਤ ਬਾਰੇ ਪਤਾ ਲੱਗ ਗਿਆ ਉਹਨੂੰ ਫਿਰ ਮ੍ਰਿਤਿੂ ਦਾ ਅਸਰ ਕੋਈ ਰਹਿ ਨਹੀਂ ਜਾਂਦਾ। ਸੋ ਸਤਿਗੁਰੂ ਨੇ ਕਿਰਪਾ ਕੀਤੀ ਹੈ। ਆਓ ਇਸ ਵਿਚਾਰ ਨੂੰ ਆਰੰਭ ਕਰੀਏ। ਬਚਨ ਲਿਖਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲ ਕੀਤਾ, ਜੋ ਇੱਕ ਹੈ, ਓੰਕਾਰ ਸਰੂਪ ਹੈ, ਸਰਬ ਵਿਆਪਕ ਹੈ, ਹਰ ਜਗ੍ਹਾ ਰਮਿਆ ਹੋਇਆ ਹੈ। ਪ੍ਰਣਵੋ ਆਦਿ ਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ, ਜੋ ਸਰਬ ਵਿਆਪਕ ਪਰਮਾਤਮਾ ਹੈ। ਸਗਲ ਬਨਸਪਤ ਮੈ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਰਬ ਵਿਆਪਕ ਹੈ, ਜੋ ਹਰ ਜਗ੍ਹਾ ਰਮਿਆ ਹੋਇਆ ਹੈ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਉਹ ਸੱਚਾ ਹੈ। ਦੂਸਰਾ ਭਾਵ ਹੈ ਕਿ ਉਸ ਪਰਮਾਤਮਾ ਦੀ ਸੋਝੀ ਵੀ ਤਾਂ ਹੁੰਦੀ ਹੈ ਜੇ ਸਤਿਗੁਰ ਪ੍ਰਸਾਦ, ਜੇ ਸਤਿਗੁਰ ਦੀ ਕਿਰਪਾ ਹੋ ਜਾਵੇ, ਸੱਚੇ ਗੁਰੂ ਦੀ ਪ੍ਰਸਾਦ ਦੇ ਪਾਤਰ ਬਣ ਜਾਈਏ ਤਾਂ ਉਹਦੀ ਕਿਰਪਾ ਹੁੰਦੀ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਸੱਚੇ ਗੁਰੂ ਦੀ ਕਿਰਪਾ ਦੇ ਪਾਤਰ ਕਿਵੇਂ ਬਣਾਂਗੇ, ਸੱਚੇ ਗੁਰੂ ਦੀ ਕਿਰਪਾ ਕਦੋਂ ਹੋਵੇਗੀ? ਕਿਉਂਕਿ ਅਕਸਰ ਵੇਖਣ ਵਿੱਚ ਆਉਂਦਾ ਹੈ, ਜਦੋਂ ਇਹ ਗੱਲ ਕਹੀ ਜਾਵੇ ਭਾਈ ਖੰਡੇ ਬਾਟੇ ਦੀ ਪੋਲ ਲਓ, ਅੰਮ੍ਰਿਤ ਧਾਰੀ ਹੋਵੋ, ਤੇ ਕਹਿਣਗੇ ਕਿ ਹਲੇ ਕਿਰਪਾ ਨਹੀਂ ਹੋਈ। ਮੈਂ ਬੇਨਤੀ ਕਰਾਂ, ਉਦੋਂ ਤੱਕ ਕਿਰਪਾ ਹੋਏਗੀ ਕਿਵੇਂ ਜਦੋਂ ਤੱਕ ਕਿਰਪਾ ਦਾ ਅੰਮ੍ਰਿਤ ਛਕਿਆ ਹੀ ਨਹੀਂ। ਕਿਰਪਾ ਵਰਤੇਗੀ ਹੀ ਤਾਂ ਜੇ ਅੰਮ੍ਰਿਤ ਧਾਰੀ ਹੋਵਾਂਗੇ, ਖੰਡੇ ਬਾਟੇ ਦੀ ਪੋਲ ਛਕਾਂਗੇ। ਸੋ ਸਤਿਗੁਰੂ ਕਹਿੰਦੇ ਕਿ ਜੇ ਕਿਰਪਾ ਚਾਹੁੰਦਾ ਤੇ ਫਿਰ ਖੰਡੇ ਬਾਟੇ ਦੀ ਪੋਲ ਲੈ, ਇਹ ਅੰਮ੍ਰਿਤ ਦੀਆਂ ਬੂੰਦਾਂ ਲੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਹੁਲ ਸਕੈ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਹੁਲ ਜੋ ਲੇ। ਇਹੀ ਰਹਿਤ ਹੈ, ਪਹਿਲੀ ਰਹਿਤ ਗੁਰੂ ਖਾਲਸੇ ਦੀ, ਗੁਰੂ ਪੰਥ ਦੀ ਇਹ ਹੈ ਕਿ ਉਹ ਅੰਮ੍ਰਿਤ ਧਾਰੀ ਹੋਵੇ। ਸੋ ਸਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸੋਝੀ, ਪਰਮਾਤਮਾ ਦੇ ਨਾਮ ਦੀ ਸੋਝੀ ਤਾਂ ਹੁੰਦੀ ਹੈ ਜੇ ਗੁਰੂ ਕਾ ਸਿੱਖ ਗੁਰੂ ਕੀ ਬਖਸ਼ਿਸ਼, ਗੁਰੂ ਕੀ ਰਹਿਮਤ, ਗੁਰੂ ਕੀ ਕਿਰਪਾ ਦਾ ਪਾਤਰ ਹੋ ਜਾਵੇ। ਅੱਗੇ ਬਚਨ ਨੇ, ਅਥ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਲਿਖਿਆ, ਤੇ ਅਥ ਤੋਂ ਭਾਵ ਅਬ ਤੋਂ ਭਾਵ ਜਿਵੇਂ ਕਿ ਹੁਣ ਮੂਲ ਮੰਤਰ ਲਿਖਣ ਜਾ ਰਹੇ ਹਾਂ। ਮੂਲ ਮੰਤਰ ਤੋਂ ਭਾਵ ਉਹ ਮੰਤਰ ਜੋ ਸਾਨੂੰ ਸਾਡੇ ਮੂਲ ਤੋਂ ਚੇਤੇ ਕਰਾਉਂਦਾ। ਸਾਡਾ ਮੂਲ ਹੈ, ਖਾਲਸੇ ਦਾ ਮੂਲ ਹੈ ਅੰਮ੍ਰਿਤ, ਖਾਲਸੇ ਦਾ ਮੂਲ ਹੈ ਗੁਰੂ ਕੀ ਸਿੱਖਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਖਸ਼ਿਆ ਹੋਇਆ ਉਹ ਖਾਲਸੇ ਪੰਥ ਦਾ ਸਿਧਾਂਤ। ਸੋ ਗੁਰੂ ਖਾਲਸੇ ਸਿੰਘ ਜੀ ਕਾ ਲਿਖਿਆ, ਤੇ ਉਹ ਮੂਲ ਮੰਤਰ ਗੁਰੂ ਖਾਲਸਾ ਪੰਥ ਦਾ ਹੁਣ ਲਿਖਣਾ ਆਰੰਭ ਕਰਨ ਲੱਗੇ ਹਾਂ। ਪਿਆਰ ਵਾਲਿਓ, ਮੈਂ ਬੇਨਤੀ ਕਰਾਂ ਕਿ ਸ਼ਬਦ ਵਰਤੇ ਨੇ ਗੁਰੂ ਖਾਲਸੇ ਸਿੰਘ ਜੀ ਕਾ। ਇਹ ਸੱਚ ਹੈ ਕਿ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪੀ ਔਰ ਬਚਨ ਕਹੇ, ਆਤਮਾ ਗ੍ਰੰਥ ਮੇਂ, ਸ਼ਰੀਰ ਮੇਰਾ ਪੰਥ ਮੇਂ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬਲੋ ਗ੍ਰੰਥ ਸਾਹਿਬ ਦੇ ਵਿੱਚ ਬਚਨ ਕੀਤੇ ਨੇ ਕਿ ਆਪਨ ਪਉ ਸ੍ਰੀ ਖਾਲਸੇ ਸੌਂਪਾ ਦਵੈਤ ਰੂਪ ਸਤਿਗੁਰੂ ਗ੍ਰੰਥਾ, ਕਿ ਆਪਣੇ ਆਪ ਨੂੰ ਮੈਂ ਖਾਲਸੇ ਨੂੰ ਸੌਂਪ ਦਿੱਤਾ ਹੈ, ਖਾਲਸੇ ਨੂੰ ਸਮਰਪਿਤ ਕਰ ਦਿੱਤਾ ਹੈ। ਮੈਂ ਆਪਣਾ ਆਪ ਖਾਲਸੇ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਦੂਸਰਾ ਰੂਪ ਮੇਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਭਾਵ ਸਤਿਗੁਰੂ ਨੇ ਦੋ ਜਗ੍ਹਾ ਗੁਰਤਾ ਗੱਦੀ ਦੀ ਜਿਹੜੀ ਕਿ ਗੁਰਿਆਈ ਦਿੱਤੀ ਹੈ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਦੂਸਰਾ ਖਾਲਸੇ ਪੰਥ ਨੂੰ, ਗੁਰੂ ਖਾਲਸਾ ਪੰਥ ਨੂੰ, ਜੋ ਪੰਜ ਪ੍ਰਧਾਨ ਦੀ ਮਰਿਆਦਾ ਹੈ। ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਖਾਲਸੇ ਨੂੰ ਬਹੁਤ ਸਤਿਕਾਰ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਮਿਲਦੇ ਨੇ ਸਰਬਲੋ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿ ਮਹਾਰਾਜ ਆਪਣਾ ਪੰਜਵਾਂ ਸਾਹਿਬਜ਼ਾਦਾ ਵੀ ਖਾਲਸੇ ਨੂੰ ਕਹਿੰਦੇ ਆ। ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਪ੍ਰੀਏ, ਪੰਚਮ ਖਾਲਸੇ ਸਤਿਗੁਰ ਪੂਰਾ। ਇੱਥੇ ਵੀ ਸ਼ਬਦ ਵਰਤਿਆ ਪੰਚਮ ਖਾਲਸੇ ਸਤਿਗੁਰ, ਕਿ ਖਾਲਸੇ ਲਈ ਸਤਿਗੁਰੂ ਨੇ ਸ਼ਬਦ ਸਤਿਗੁਰ ਹੀ ਵਰਤਿਆ। ਪੰਚਮ ਖਾਲਸੇ ਸਤਿਗੁਰ ਪੂਰਾ, ਜਿਨ ਇਹ ਪੰਥ ਸੁਪੰਥ ਪ੍ਰਗਟੇ। ਸੋ ਇਹ ਸਮਝਣਾ ਪਵੇਗਾ ਕਿ ਜਿਸ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਜੋ ਨਿਰਮਲ ਪੰਥ ਤੋਰਿਆ ਹੈ, ਉਸ ਨਿਰਮਲ ਪੰਥ ਦੀ ਨੀਂਹ ਹੈ ਸਿੱਖ, ਅਤੇ ਪਿਆਰ ਵਾਲਿਓ ਉਸ ਨਿਰਮਲ ਪੰਥ ਦਾ ਕਲਸ਼ ਹੈ ਖਾਲਸਾ। ਭਾਵ ਸਿੱਖ ਹੋਵੇਗਾ ਤਾਂ ਹੀ ਖਾਲਸਾ ਬਣ ਸਕਦਾ ਹੈ। ਸਿੱਖ ਸੀ, ਬਾਣੀ ਪੜ੍ਹੀ, ਸੇਵਾ ਕੀਤੀ, ਸਿਮਰਨ ਕੀਤਾ, ਹੱਕ ਸੱਚ ਲਈ ਖੜਿਆ ਅਤੇ ਉਹ ਬਾਅਦ ਵਿੱਚ ਖਾਲਸਾ ਬਣਿਆ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਉਸ ਸਿੱਖ ਸਰੂਪ ਨੂੰ ਮਹਾਰਾਜ ਨੇ ਖਾਲਸੇ ਦੇ ਰੂਪ ਵਿੱਚ ਉਜਾਗਰ ਕੀਤਾ। ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਇਹ ਖਾਲਸਾ ਪੰਥ ਪ੍ਰਗਟ ਕੀਤਾ ਔਰ ਮਹਾਰਾਜ ਨੇ ਗੁਰੂ ਖਾਲਸਾ ਪੰਥ ਨੂੰ ਇੱਕ ਵੱਖਰਾ ਬਾਣਾ ਬਖਸ਼ਿਆ, ਅਕਾਲੀ ਬਾਣਾ, ਅਕਾਲੀ ਬਾਣੀ ਬਖਸ਼ੀ। ਸਤਿਗੁਰੂ ਨੇ ਕਿਰਪਾ ਕੀਤੀ ਕਿ ਆਪਣਾ ਸਰੂਪ ਹੀ ਬਖਸ਼ਿਆ ਔਰ ਬਚਨ ਵਰਕ ਕੀਤੇ ਕਿ ਆਪਨ ਪੋ ਸ੍ਰੀ ਖਾਲਸੇ ਸੌਂਪਾ ਦਵੈਤ ਰੂਪ ਸਤਿਗੁਰੂ ਗ੍ਰੰਥਾ। ਸੋ ਪਿਆਰ ਵਾਲਿਓ, ਇਸੇ ਬਚਨਾਂ ਨੂੰ ਮੁੱਖ ਰੱਖਦਿਆਂ ਕਵੀ ਸੰਤ ਨਿਹਾਲ ਸਿੰਘ ਜੀ ਨੇ ਬਹੁਤ ਸੋਹਣੇ ਕਵਿਤ ਲਿਖੇ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੀ ਵਿਆਖਿਆ ਉੱਤੇ ਕਵਿਤ ਲਿਖੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪ੍ਰਤੀ ਕੈਸੇ ਕੈਸੇ ਸ਼ਬਦਾਂ ਦੀ ਵਰਤੋਂ ਕੀਤੀ। ਉਹ ਲਿਖਦੇ ਨੇ, ਖਾਲਸਾ ਹਮਾਰੀ ਸੌਜ, ਖਾਲਸਾ ਹਮਾਰੀ ਮੌਜ, ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ, ਖਾਲਸਾ ਹਮਾਰੀ ਚਾਲ, ਖਾਲਸਾ ਹਮਾਰੀ ਢਾਲ, ਖਾਲਸਾ ਹਮਾਰੀ ਕਾਲ ਭੋਗ ਮੋਖ ਦਾਨੀ ਹੈ, ਖਾਲਸਾ ਹਮਾਰੀ ਜਾਨ, ਖਾਲਸਾ ਹਮਾਰੀ ਆਣ, ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ, ਖਾਲਸਾ ਹਮਾਰੀ ਜਾਤ, ਖਾਲਸਾ ਹਮਾਰੀ ਪਾਤ, ਸ੍ਰੀ ਗੁਰੂ ਗੋਬਿੰਦ ਸਿੰਘ ਬਾਣੀ ਯੋ ਬਖਾਨੀ ਹੈ। ਕਵੀ ਸੰਤ ਨਿਹਾਲ ਸਿੰਘ ਲਿਖਦੇ ਨੇ ਕਿ ਸਤਿਗੁਰੂ ਨੇ ਕਿਹਾ ਖਾਲਸਾ, ਇਹ ਖਾਲਸਾ ਸਾਡੀ ਮੋਜ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮੋਜ ਵਿੱਚੋਂ ਪ੍ਰਗਟ ਹੋਇਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਸੰਸਾਰ ਦੇ ਝੂਠੇ ਬਾਦਸ਼ਾਹਾਂ ਦੀ ਫੌਜ ਨਹੀਂ, ਇਹ ਸੱਚੇ ਪਿਤਾ ਉਸ ਅਕਾਲ ਪੁਰਖ ਦੀ ਫੌਜ ਹੈ। ਅਤੇ ਸੱਚ ਹੈ ਖਾਲਸਾ ਪ੍ਰਗਟ ਵੀ ਉਸ ਪਰਮਾਤਮਾ ਦੀ ਮੋਜ ਵਿੱਚੋਂ ਹੋਇਆ ਹੈ। ਪਰਮਾਤਮਾ ਦੀ ਮੋਜ ਸੀ, ਧਰਮ ਪੰਥ ਖਾਲਸਾ ਪ੍ਰਚਰ ਭਇਓ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਸ ਪਰਮਾਤਮਾ ਦੀ ਮੋਜ ਵਿੱਚੋਂ ਪ੍ਰਗਟ ਹੋਇਆ। ਅੱਗੇ ਸਤਿਗੁਰੂ ਨੇ ਸ਼ਬਦ ਵਰਤੇ ਕਿ ਖਾਲਸਾ ਹਮਾਰੀ ਚਾਲ, ਖਾਲਸਾ ਹਮਾਰੀ ਢਾਲ। ਕਵੀ ਸੰਤ ਨਿਹਾਲ ਸਿੰਘ ਲਿਖਦੇ ਨੇ ਕਿ ਸਤਿਗੁਰੂ ਨੇ ਕਿਹਾ ਖਾਲਸਾ ਇਹ ਮੇਰੀ ਚਾਲ ਵੀ ਹੈ, ਖਾਲਸਾ ਇਹ ਮੇਰੀ ਢਾਲ ਵੀ ਹੈ। ਵੇਖੋ ਮੈਂ ਚਾਲ ਸ਼ਬਦ ਵਰਤੇ। ਚਾਲ ਸ਼ਬਦ ਦੀ ਜੋ ਵਿਆਖਿਆ ਕੀ ਹੈ, ਖਾਲਸਾ ਹਮਾਰੀ ਚਾਲ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖਾਲਸਾ ਚਾਲ ਹੈ। ਜਦੋਂ ਖਾਲਸਾ ਚੱਲੇ ਅਤੇ ਖਾਲਸੇ ਦੀ ਚਾਲ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਛਵੀ ਨਜ਼ਰ ਆਵੇ। ਖਾਲਸੇ ਦੀ ਚਾਲ ਇਹੋ ਜਿਹੀ ਹੋਵੇ ਕਿ ਖਾਲਸਾ ਸੰਸਾਰ ਦੇ ਵਿੱਚ ਵਿਚਰੇ ਅਤੇ ਖਾਲਸੇ ਨੂੰ ਇਹ ਦੱਸਣਾ ਨਾ ਪਵੇ ਕਿ ਮੈਂ ਖਾਲਸਾ, ਬਲਕਿ ਖਾਲਸੇ ਦੇ ਕਰਮ ਵੇਖ ਕੇ ਲੋਕ ਇਹ ਕਹਿਣ ਕਿ ਹਾਂ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਐਸੀ ਚਾਲ ਹੋਵੇ ਖਾਲਸੇ ਦੇ ਵਿੱਚ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵੱਲ ਨਿੱਕੀ ਏਤ ਮਾਰਗ ਜਾਣਾ। ਇਹ ਚਾਲ ਹੋਵੇ, ਤ੍ਰਿਸ਼ਨਾ ਨਾ ਹੋਵੇ, ਬਹੁਤਾ ਨਾ ਬੋਲੇ, ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜ ਕੇ ਰੱਖੇ। ਸਤਿਗੁਰੂ
ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਵਿਆਖਿਆ ਜੋ ਕਵੀ ਨਿਸੰਤ ਨਿਹਾਲ ਸਿੰਘ ਜੀ ਅੱਗੇ ਕਰਦੇ ਨੇ ਕਿ ਖਾਲਸਾ ਹਮਾਰੀ ਜਾਨ, ਖਾਲਸਾ ਹਮਾਰੀ ਆਣ। ਵੇਖੋ, ਜਿਵੇਂ ਇੱਕ ਮਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਆਪਣੇ ਕਲੇਜੇ ਨਾਲ ਲਾ ਕੇ ਇਹ ਗੱਲ ਕਹਿੰਦੀ ਹੈ ਕਿ ਤੂੰ ਮੇਰੀ ਜਾਨ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸੇ ਤਰ੍ਹਾਂ ਖਾਲਸੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਿਹਾ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੀ ਜਾਨ ਦੀ ਵੀ ਜਾਨ ਹੈ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਤੂੰ ਮੇਰੀ ਜਾਨ ਹੈ। ਤੂੰ ਮੈਨੂੰ ਸਾਹਿਬਜ਼ਾਦਿਆਂ ਤੂੰ ਵੀ ਵੱਧ ਪਿਆਰਾ ਹੈ। ਖਾਲਸਾ ਤੇਰੇ ਲਈ ਮੇਰਾ ਸਭ ਕੁਝ ਹਾਜ਼ਰ ਹੈ। ਖਾਲਸਾ ਹਮਾਰੀ ਆਨ, ਖਾਲਸਾ ਹਮਾਰੀ ਖਾਨ। ਮੋਦ ਕੀ ਸੁਹਾਨੀ ਹੈ। ਖਾਨ ਤੇ ਮੋਦ, ਮੋਦ ਦਾ ਭਾਵ ਹੁੰਦਾ ਹੈ ਆਨੰਦ, ਤੇ ਖਾਨ ਦਾ ਭਾਵ ਕਿ ਖਜ਼ਾਨਾ। ਕਹਿੰਦੇ ਨੇ ਖਾਲਸਾ ਇਹ ਸਾਡੇ ਆਨੰਦ ਦੀ ਖਾਨ ਹੈ, ਆਨੰਦ ਦਾ ਖਜ਼ਾਨਾ ਹੈ। ਖਾਲਸਾ ਹਮਾਰੀ ਜਾਤ, ਖਾਲਸਾ ਹਮਾਰੀ ਪਾਤ। ਸਾਡੀ ਜਾਤ ਵੀ ਖਾਲਸਾ, ਸਾਡੀ ਪਾਤ ਵੀ ਖਾਲਸਾ। ਕਵੀ ਨਿਹਾਲ ਸਿੰਘ ਕਹਿੰਦੇ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਬਾਣੀ ਉਹ ਬਖਾਨੀ ਹੈ ਕਿ ਪਾਤਸ਼ਾਹ ਜੀ ਨੇ ਕਲਗੀਧਰ ਚੋਜੀ ਪਿਆਰੇ ਸਤਿਗੁਰੂ ਨੇ ਇਸ ਤਰ੍ਹਾਂ ਬਾਣੀ ਦਾ ਵਿਖਿਆਨ ਕੀਤਾ ਕਿ ਖਾਲਸੇ ਤੋਂ ਬਿਨਾਂ ਕੁਝ ਵੀ ਨਹੀਂ। ਜਦੋਂ ਬੰਦਾ ਸਿੰਘ ਬਹਾਦਰ ਨੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ, ਪਾਤਸ਼ਾਹ ਰਿੱਧੀਆਂ ਸਿੱਧੀਆਂ, ਮਹਾਰਾਜ ਕਹਿਣ ਲੱਗੇ ਸਨ, ਬੰਦਾ ਸਿੰਘ ਬਹਾਦਰ ਸਾਡਾ ਸਾਰਾ ਕੁਝ ਅੱਜ ਤੋਂ ਬਾਅਦ ਖਾਲਸੇ ਕੋਲ ਹੈ। ਇਹ ਰਿੱਧੀਆਂ ਸਿੱਧੀਆਂ ਦੀ ਖਾਣ ਹੈ, ਇਹ ਸੁੱਖਾਂ ਦੀ ਖਾਣ ਹੈ। ਜੇ ਤੂੰ ਵੀ ਚਾਹੁੰਦਾ ਕਿਸੇ ਤਾਕਤ ਨੂੰ ਵਰਤਣਾ ਤੇ ਇਹ ਖਾਲਸੇ ਦੇ ਚਰਨਾਂ ਵਿੱਚੋਂ ਜਿੰਨੀਆਂ ਮਰਜ਼ੀਆਂ ਤਾਕਤਾਂ ਲੈ ਲਈ। ਇਹ ਖਾਲਸੇ ਦੀ ਕਲਾ ਹੈ, ਇਹ ਖਾਲਸੇ ਦੀ ਜਗ ਜ਼ਾਹਰ ਕਲਾ ਹੈ ਕਿ ਸਦੀਆਂ ਤੋਂ ਹੀ ਖਾਲਸੇ ਦੇ ਅੱਗੇ ਸਦਾ ਹੀ ਬਾਦਸ਼ਾਹਤਾਂ ਝੁਕਦੀਆਂ ਆਈਆਂ, ਕਿਉਂਕਿ ਗੁਰੂ ਕੇ ਖਾਲਸੇ ਕੋਲ ਪਾਤਸ਼ਾਹੀ ਹੈ। ਸੋ ਅੱਗੇ ਜੋ ਬਾਣੀ ਤੋਂ ਵਿੱਚ ਸਭ ਤੋਂ ਪਹਿਲਾ ਦੋਹਰਾ ਹੈ ਕਿ ਦੋਹਰਾ ਵਾਸੀ ਸਭ ਸ੍ਰੀ ਖਾਲਸਾ, ਪੁਰ ਆਨੰਦ ਸਿਰ ਮੋਰ, ਦਇਆ ਸਿੰਧ ਸ੍ਰੀ ਸਤਿਗੁਰੂ, ਬਸਤ ਸਦਾ ਜਿਹ ਠੋਰ। ਵਾਸੀ ਸਭ ਸ੍ਰੀ ਖਾਲਸਾ, ਕਿ ਸਾਰਾ ਸਮੁੱਚਾ ਖਾਲਸਾ ਪੰਥ ਵਾਸੀ ਹੈ। ਕਿੱਥੋਂ ਦਾ ਵਾਸੀ ਹੈ? ਅਨੰਦਪੁਰ ਸਾਹਿਬ ਦਾ ਵਾਸੀ ਹੈ। ਉਸ ਅਨੰਦਪੁਰ ਸਾਹਿਬ ਦਾ ਵਾਸੀ ਹੈ ਜਿਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਲਈ ਕਵੀ ਸੰਤੋਖ ਸਿੰਘ ਸ਼ਬਦ ਵਰਤਦੇ ਨੇ, ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ, ਸੋਹਣ ਸੋਹਣ ਸੁਧ ਭੁੱਲ ਦੀਏ ਨਰ ਨਾਹ ਦੀ, ਸੌਣ ਨਾ ਦਿੰਦੀ ਸੁੱਖ ਦੁਰਜਨਾਂ ਨੂੰ ਰਾਤ ਦਿਨ, ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਆਨੰਦ ਤਾਂ ਵਾਜਾ ਪਿਆ ਵੱਜਦਾ, ਜਿੱਥੇ ਜਾ ਕੇ ਸੱਚਮੁੱਚ ਮਹਿਸੂਸ ਹੁੰਦਾ ਹੈ ਤੇ ਸਾਡੀ ਰੂਹ ਹਾਮੀ ਭਰਦੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਵਧਾਈਆਂ ਦੇ ਵਾਜੇ ਵੱਜਦੇ ਨੇ। ਪਰ ਮੈਂ ਬੇਨਤੀ ਕਰਾਂ ਕਿ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਈਏ ਨਾ, ਉੱਥੇ ਬੈਠ ਕੇ ਕੁਝ ਪਲ ਤਖਤ ਸਾਹਿਬ ਦੀ ਧਰਤੀ ਤੇ ਜਾਂ ਕਿਲ੍ਹਾ ਤਾਰਾਗੜ੍ਹ ਸਾਹਿਬ ਜਾਂ ਚਰਨ ਗੰਗਾ ਸਟੇਡੀਅਮ ਜਿੱਥੇ ਮਹੱਲਾ ਕੱਢਿਆ ਜਾਂਦਾ, ਜਿੱਥੇ ਸਤਿਗੁਰਾਂ ਦੇ ਚਰਨ ਪਏ ਨੇ, ਉਸ ਧਰਤੀ ਤੇ ਜਾ ਕਰਕੇ ਖਾਲਸਾ ਜੀ ਕਿਤੇ ਆਨੰਦ ਸਾਹਿਬ ਦਾ ਪਾਠ ਕਰਕੇ ਵੇਖੀਏ ਤੇ ਆਨੰਦ ਜ਼ਰੂਰ ਵਰਤੇਗਾ। ਉੱਥੇ ਕਲਗੀਆਂ ਵਾਲੇ ਪ੍ਰੀਤਮ ਨੇ ਨਾਮ ਦਾ ਆਨੰਦ ਵਰਤਾਇਆ। ਉੱਥੇ ਕਲਗੀਧਰ ਪਾਤਸ਼ਾਹ ਨੇ ਮੁਰਦਿਆਂ ਨੂੰ ਜਿਉਂਦਾ ਕੀਤਾ, ਮੁਰਦਿਆਂ ਵਿੱਚ ਜੀਵਨ ਪਾਇਆ। ਅੱਜ ਵੀ ਜੀਵਨ ਮਿਲਦਾ, ਪਰ ਜੇ ਕੋਈ ਜਾ ਕੇ ਬਾਣੀ ਦਾ ਜਾਪ ਕਰੇ। ਸੋ ਉਸ ਅਨੰਦਪੁਰ ਸਾਹਿਬ ਦੀ ਧਰਤੀ ਦਾ ਵਾਸੀ ਹੈ ਇਹ ਖਾਲਸਾ ਪੰਥ। ਦਇਆ ਸਿੰਧ ਸ੍ਰੀ ਸਤਿਗੁਰੂ, ਬਸਤ ਸਦਾ ਜੇਠੋਰ, ਜਿੱਥੇ ਦਇਆ ਦਾ ਸਾਗਰ, ਸੁੱਖਾਂ ਦਾ ਸਾਗਰ, ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਚੋਜੀ ਪਿਆਰੇ ਸਤਿਗੁਰੂ, ਪ੍ਰੀਤਮ ਪਿਆਰੇ ਸਤਿਗੁਰੂ ਦਾ ਵਾਸਾ ਹੈ। ਬਸਤ ਸਦਾ ਜੇਠੋਰ, ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਕਲਗੀਆਂ ਵਾਲੇ ਦਾ ਵਾਸਾ ਹੈ, ਉੱਥੋਂ ਦਾ ਇਹ ਵਾਸੀ ਹੈ ਖਾਲਸਾ। ਔਰ ਅੱਗੇ ਸਵਈਆ ਹੈ, ਵਾਸੀ ਲਾਹੌਰ ਵਿਖੇ ਦਇਆ ਸਿੰਘ ਸੋਭਤੀ, ਛਤਰ ਸੁਬੰਸ ਵਿਖਾਏ ਅਵਤਾਰੀ। ਸਭ ਤੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦਾ ਜ਼ਿਕਰ ਹੈ ਕਿ ਪਹਿਲੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਜਿਨ੍ਹਾਂ ਦਾ ਜਨਮ ਲਾਹੌਰ ਦਾ ਹੈ। ਵਾਸੀ ਲਾਹੌਰ ਵਿਖੇ ਦਇਆ ਸਿੰਘ ਸੋਭਤੀ, ਛਤਰ ਸੁਬੰਸ ਵਿਖੇ ਅਵਤਾਰੀ, ਕਿ ਖੱਤਰੀ ਵੰਸ਼ ਦੇ ਵਿੱਚੋਂ ਲਾਹੌਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਭਾਈ ਦਇਆ ਸਿੰਘ ਜੀ, ਜਿਨ੍ਹਾਂ ਦੇ ਪਿਤਾ ਜੀ ਨੇ ਭਾਈ ਸੁੱਧਾ ਜੀ ਤੇ ਮਾਤਾ ਜੀ ਨੇ ਮਾਤਾ ਦਿਆਲੀ ਜੀ। ਪਿਆਰ ਵਾਲਿਓ, ਭਾਈ ਸੁੱਧਾ ਜੀ ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਦੇ ਆਨੰਦ ਸੇਵਕ ਸਨ, ਸੇਵਾਦਾਰ ਸਨ। ਔਰ ਭਾਈ ਸੁੱਧਾ ਜੀ ਭਾਈ ਪਾਰੋ ਪਰਮਹੰਸ ਜੀ ਦੇ ਕੁਲ ਦੇ ਵਿੱਚੋਂ ਸਨ। ਭਾਈ ਪਾਰੋ ਪਰਮਹੰਸ ਉਹੀ ਨੇ
ਜਿਨ੍ਹਾਂ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੇਲੇ ਸਭ ਤੋਂ ਪਹਿਲਾਂ ਸਿੱਖੀ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ। ਉਹਨਾਂ ਦੇ ਹੀ ਕੁਲ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਉਹ ਵਿਸਾਖੀ ਵਾਲੇ ਦਿਨ ਆਪਣਾ ਸੀਸ ਤਲੀ 'ਤੇ ਧਰ ਕੇ ਗੁਰੂ ਅੱਗੇ ਸਮਰਪਣ ਕਰਦੇ ਨੇ। ਸੋ ਪਿਆਰ ਵਾਲਿਓ, ਭਾਈ ਪਾਰੋ ਪਰਮਹੰਸ ਜੀ ਦੇ ਉੱਤੇ ਮੈਂ ਨਿਖਣ ਮਾਤਰ ਬੇਨਤੀ ਕਰਾਂ ਕਿ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਤੇ ਭਾਈ ਪਾਰੋ ਜੁਲਕਾ ਜੀ ਉਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾਂਦੇ ਨੇ। ਸਤਿਗੁਰੂ ਦਰਬਾਰ ਦੇ ਵਿੱਚ ਸਜੇ ਨੇ, ਸਤਿਗੁਰੂ ਦਰਬਾਰ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਭਾਈ ਪਾਰੋ ਜੀ ਗਏ, ਸੰਗਤ ਦੇ ਵਿੱਚ ਸੱਜ ਗਏ ਤੇ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਕਿ ਸਤਿਗੁਰੂ, ਇੱਕ ਹੰਸ ਦੇ ਵਿੱਚ ਅਤੇ ਇੱਕ ਪਰਮਹੰਸ ਦੇ ਵਿੱਚ ਅੰਤਰ ਕਿੰਨਾ ਕੀ ਹੈ? ਹੰਸ ਤੇ ਪਰਮਹੰਸ ਦੇ ਵਿੱਚ ਕੀ ਅੰਤਰ ਹੈ? ਸਤਿਗੁਰੂ ਕਹਿਣ ਲੱਗੇ ਕਿ ਹੰਸ ਉਹ ਜਿਹੜਾ ਸਾਗਰ ਨੂੰ ਤੈਰ ਕੇ ਪਾਰ ਹੋ ਜਾਂਦਾ ਤੇ ਜਿਹੜਾ ਪਰਮਹੰਸ ਸਰੂਪ ਗੁਰਮੁਖ ਹੈ ਉਹ ਭਵ ਸਾਗਰ ਤਰਦਾ ਹੈ। ਜਿਹੜਾ ਹੰਸ ਹੈ ਉਹ ਕੇਵਲ ਸੰਸਾਰ ਦੇ ਸਾਗਰ ਨੂੰ ਤਰ ਸਕਦਾ ਤੇ ਜਿਹੜਾ ਪਰਮਹੰਸ ਗੁਰਮੁਖ ਹੈ ਉਹ ਪਿਆਰਾ, ਉਹ ਪਰਮਹੰਸ ਪਿਆਰਾ, ਉਹ ਸੰਸਾਰ ਰੂਪੀ ਭਵ ਸਾਗਰ ਨੂੰ ਜ਼ਿੰਦਗੀ ਦੀ ਬਾਜੀ ਜਿੱਤ ਕੇ ਤਰ ਜਾਂਦਾ ਹੈ। ਦੂਸਰਾ ਜਿਹੜਾ ਹੰਸ ਹੈ ਉਹ ਸਰੋਵਰ ਦੇ ਵਿੱਚੋਂ ਹਮੇਸ਼ਾ ਹੀਰੇ ਮੋਤੀ ਚੁਗਦਾ, ਕਦੇ ਡੱਡੀ ਮੱਛੀ ਨਹੀਂ ਚੁਗਦਾ। ਤੇ ਜੋ ਪਰਮਹੰਸ ਹੈ ਉਹ ਵੀ ਸਤ ਸੰਗਤ ਦੇ ਸਰੋਵਰ ਦੇ ਵਿੱਚੋਂ ਕਦੇ ਨਿੰਦਿਆ ਚੁਗਲੀ ਵਰਗੇ ਡੱਡੀ ਮੱਛੀ ਨਹੀਂ ਚੁਗਦਾ, ਬਲਕਿ ਇਸ ਸੰਗਤ ਦੇ ਵਿੱਚੋਂ ਵੀ ਨਾਮ ਦਾ ਮੋਤੀ ਚੁਗਦਾ ਹੈ। ਸੰਗਤ ਦੇ ਵਿੱਚੋਂ ਸੇਵਾ ਸਿਮਰਨ ਦੇ ਹੀਰੇ ਮੋਤੀ ਚੁਗਦਾ ਹੈ। ਔਰ ਹੰਸ ਦਾ ਜੋ ਹੈ, ਸਤਿਗੁਰੂ ਕਹਿਣ ਲੱਗੇ ਹੰਸ ਦੇ ਵਿੱਚ ਤਾਕਤ ਨਹੀਂ ਕਿ ਹੰਸ ਕੋਲ ਕੋਈ ਬਗਲਾ ਆਣ ਕੇ ਬੈਠੇ ਤੇ ਹੰਸ ਬਗਲੇ ਨੂੰ ਹੰਸ ਬਣਾ ਦੇਵੇ, ਇਹ ਹੰਸ ਵਿੱਚ ਤਾਕਤ ਨਹੀਂ। ਪਰ ਇੱਕ ਪਰਮਹੰਸ ਦੇ ਵਿੱਚ ਤਾਕਤ ਜ਼ਰੂਰ ਹੈ ਕਿ ਪਰਮਹੰਸ ਦੇ ਵਿੱਚ ਕੋਲ ਭਾਵ ਕਿ ਗੁਰਮੁਖ ਪਰਮਹੰਸ ਕੋਲ ਕੋਈ ਮਨਮੁਖ ਬਗਲਾ ਆ ਕੇ ਬੈਠੇ ਤੇ ਗੁਰਮੁਖ ਪਰਮਹੰਸ ਉਹਨੂੰ ਵੀ ਗੁਰਮੁਖ ਬਣਾ ਦਿੰਦਾ, ਉਸ ਮਨਮੁਖ ਬਿਰਤੀ ਵਾਲੇ ਇਨਸਾਨ ਨੂੰ ਵੀ ਗੁਰਮੁਖ ਬਿਰਤੀ ਦੇ ਵਿੱਚ ਬਦਲ ਦਿੰਦਾ। ਇਹ ਪਰਮਹੰਸ ਦੇ ਵਿੱਚ ਤਾਕਤ ਹੈ। ਭਾਈ ਪਾਰੋ ਜੀ ਉੱਠ ਕੇ ਜਾਣ ਲੱਗੇ ਤੇ ਸਤਿਗੁਰੂ ਕਹਿਣ ਲੱਗੇ ਤੁਸਾਂ ਦਾ ਨਾਮ ਕੀ ਹੈ? ਕਹਿਣ ਲੱਗੇ ਜੀ ਮੇਰਾ ਨਾਮ ਪਾਰੋ ਜੁਲਕਾ, ਡੱਲਾ ਨਿਵਾਸੀ ਪਾਰੋ ਜੁਲਕਾ। ਤੇ ਪਿਆਰ ਵਾਲਿਓ, ਸਤਿਗੁਰੂ ਕਹਿਣ ਲੱਗੇ ਕਿ ਕੇਵਲ ਪੁੱਛਣ ਆਏ ਸੋ ਕਿ ਬਣਨ ਦਾ ਵੀ ਕੋਈ ਮਨ ਦੇ ਵਿੱਚ ਵਿਚਾਰ ਹੈ? ਤੇ ਕਹਿਣ ਲੱਗੇ ਜਦੋਂ ਸਮਾਂ ਆਇਆ ਉਦੋਂ ਪਰਮਾਤਮਾ ਬਣਾ ਵੀ ਦੇਵੇਗਾ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਕੋਈ ਨਹੀਂ, ਸੰਗਤ ਦੀ ਘੜੀਆਂ ਦਾ ਆਨੰਦ ਲਿਆ ਕਰੋ, ਸੰਗਤ ਵਿੱਚ ਹਾਜ਼ਰ ਹੋਇਆ ਕਰੋ। ਭਾਈ ਪਾਰੋ ਜੀ ਨੇ ਨਿਤਾ ਪ੍ਰਤੀ ਨੇਮ ਅਨੁਸਾਰ ਸੰਗਤ ਵਿੱਚ ਜਾਣਾ ਕਰਨਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਪਾਰੋ ਜੁਲਕਾ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੀ ਸੇਵਾ ਕਰਿਆ ਕਰਨੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਿਤ ਜਾਇਆ ਕਰਨਾ ਬਿਆਸ ਦਰਿਆ ਲੰਘ ਕੇ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਪਾਰੋ ਜੀ ਨੇਤਾ ਪ੍ਰਤੀ ਮਰਿਆਦਾ ਅਨੁਸਾਰ ਰੋਜ਼ਾਨਾ ਨੇਮ ਅਨੁਸਾਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਕਹਿੰਦੇ ਨੇ ਮੀਂਹ ਬਹੁਤ ਆ ਰਿਹਾ ਸੀ, ਬਰਸਾਤ ਬਹੁਤ ਆ ਰਹੀ ਸੀ ਤੇ ਦਰਿਆ ਦੇ ਕਿਨਾਰੇ ਦੇ ਉੱਤੇ ਜਲੰਧਰ ਦਾ ਨਵਾਬ ਅਬਦੁੱਲਾ ਸਜਿਆ ਸੀ ਆਪਣੀ ਘੋੜ ਸਵਾਰੀ ਫੌਜਾਂ ਦੇ ਨਾਲ। ਉਹ ਦਰਿਆ ਦੇ ਥਲ ਪਾਣੀ ਦੇ ਬਹਾਵ ਨੂੰ ਵੇਖ ਕਰਕੇ ਉਹ ਕਿਨਾਰੇ 'ਤੇ ਹੀ ਰੁਕ ਗਿਆ ਕਿ ਬਰਸਾਤ ਬਹੁਤ ਹੈ ਤੇ ਪਾਰ ਲੰਘਿਆ ਨਹੀਂ ਜਾਣਾ। ਤੇ ਉਹਨੇ ਵੇਖਿਆ ਕਿ ਇੱਕ ਗੁਰੂ ਕਾ ਸਿੱਖ ਉਹ ਘੋੜੇ 'ਤੇ ਸਵਾਰ ਹੋ ਕੇ ਆਇਆ ਤੇ ਘੋੜੇ ਨੂੰ ਦਰਿਆ ਦੇ ਵਿੱਚ ਲੈ ਗਿਆ ਤੇ ਘੋੜਾ ਦਰਿਆ ਤਰ ਕੇ ਦਰਿਆ ਦੇ ਦੂਸਰੇ ਕੰਢੇ 'ਤੇ ਵੀ ਪਹੁੰਚ ਗਿਆ, ਕਿਉਂਕਿ ਉਹ ਭਾਈ ਪਾਰੋ ਜੀ ਸਨ। ਭਾਈ ਪਾਰੋ ਜੀ ਨਿਤਾ ਪ੍ਰਤੀ ਨੇਮ ਅਨੁਸਾਰ ਘੋੜੇ ਨੂੰ ਦਰਿਆ ਵਿੱਚ ਲੈ ਗਏ, ਘੋੜਾ ਦਰਿਆ ਤਰ ਕੇ ਪਾਰ ਹੋ ਗਿਆ। ਤੇ ਜਦੋਂ ਭਾਈ ਪਾਰੋ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਵਾਪਸ ਪਰਤੇ ਤੇ ਪਿਆਰ ਵਾਲਿਓ ਉਸੇ ਤਰ੍ਹਾਂ ਘੋੜਾ ਤਰ ਕੇ ਫਿਰ ਵਾਪਸ। ਤੇ ਉਹ ਜਲੰਧਰ ਦਾ ਨਵਾਬ ਕਹਿਣ ਲੱਗਾ ਕਿ ਤੂੰ ਕਿਹਦਾ ਚੇਲਾ ਹੈ, ਕਿਹਦਾ ਸਿੱਖ ਹੈ? ਐਸੀ ਕਰਾਮਾਤ, ਐਸੀ ਕਲਾ, ਤੂੰ ਇਹ ਦਰਿਆ ਪਾਰ ਕਿਵੇਂ ਲੰਘ ਗਿਆ? ਉਹ ਕਹਿਣ ਲੱਗਾ ਜਿਹਦਾ ਮੈਂ ਸਿੱਖਿਆ ਨਾ। ਭਾਈ ਪਾਰੋ ਜੀ ਕਹਿਣ ਲੱਗੇ ਜਿਹਦਾ ਮੈਂ ਸਿੱਖਿਆ ਉਹ ਤੇ ਸੰਸਾਰ ਰੂਪੀ ਭਵਸਾਗਰ ਨੂੰ ਵੀ ਪਾਰ ਲੰਘਾ ਦਿੰਦਾ, ਇਹ ਤੇ ਫਿਰ ਨਿੱਕਾ ਜਿਹਾ ਦਰਿਆ ਹੈ। ਇਹ ਦਰਿਆ ਦੀ ਕੀ ਗੱਲ ਹੈ? ਮੇਰਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਭਵਸਾਗਰ ਵੀ ਪਾਰ ਲੰਘਾ ਦਿੰਦੇ ਨੇ। ਮੈਂ ਬੇਨਤੀ ਕਰਾਂ ਐਸੀ ਭਾਵਨਾ ਗੁਰੂ ਕੀ ਸਿੱਖ ਤੇ ਗੁਰੂ ਤੇ ਹੋਵੇ ਤੇ ਪਿਆਰ ਵਾਲਿਓ ਭਵਸਾਗਰ ਵੀ ਪਾਰ ਲੰਘ ਜਾਈਦਾ। ਸੋ ਕਹਿਣ ਲੱਗਾ ਕਿ ਮੈਨੂੰ ਐਸੇ ਗੁਰੂ ਦੇ ਦਰਸ਼ਨ ਕਰਾ ਕੇ ਲਿਆ।
ਪਿਆਰ ਵਾਲਿਓ, ਭਾਈ ਪਾਰੋ ਜੀ ਨੇ ਉਸ ਜਲੰਧਰ ਦੇ ਨਵਾਬ ਨੂੰ ਵੀ ਆਪਣੇ ਮਗਰ ਘੋੜੇ ਤੇ ਬਿਠਾਇਆ ਤੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਘੋੜੇ ਨੂੰ ਦਰਿਆ ਵਿੱਚ ਉਤਾਰਿਆ। ਘੋੜਾ ਦਰਿਆ ਤੋਂ ਪਾਰ ਹੋ ਕੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲ ਪਹੁੰਚੇ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੇਖ ਕੇ ਮੁਸਕਰਾ ਪਏ। ਤੇ ਪਿਆਰ ਵਾਲਿਓ, ਭਾਈ ਪਾਰੋ ਜੀ ਨੇ ਸਾਰੀ ਵਾਰਤਾ ਸੁਣਾਈ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਪਾਰੋ ਨੂੰ ਕਲਾਵੇ ਦੇ ਵਿੱਚ ਲੈ ਕੇ ਪਰਮਹੰਸ ਦਾ ਖਿਤਾਬ ਦਿੱਤਾ। ਤੇ ਭਾਈ ਪਾਰੋ ਜੀ ਚਰਨਾਂ ਤੇ ਢਹਿ ਪਏ, ਕਹਿਣ ਲੱਗੇ, ਮਹਾਰਾਜ ਪਰਮਹੰਸ ਕਿਉਂ? ਸਤਿਗੁਰੂ ਕਹਿਣ ਲੱਗੇ, ਜਦੋਂ ਦੂਸਰੇ ਜਾਮੇ ਦੇ ਵਿੱਚ ਤੁਸਾਂ ਹੰਸ ਤੇ ਪਰਮਹੰਸ ਬਾਰੇ ਪੁੱਛਿਆ ਸੀ ਤਾਂ ਤੁਸਾਂ ਨੂੰ ਇਹ ਬਚਨ ਕਹੇ ਸਨ ਕਿ ਹੰਸ ਕੋਲ ਬਗਲਾ ਆਵੇ ਤੇ ਹੰਸ ਕਦੇ ਵੀ ਬਗਲੇ ਨੂੰ ਹੰਸ ਨਹੀਂ ਬਣਾ ਸਕਦਾ, ਪਰ ਇੱਕ ਪਰਮਹੰਸ ਗੁਰਮੁਖ ਕੋਲ ਕੋਈ ਮਨਮੁਖ ਬਗਲਾ ਆਵੇ ਤੇ ਪਰਮਹੰਸ ਮਨਮੁਖ ਬਗਲੇ ਨੂੰ ਪਰਮਹੰਸ ਗੁਰਮੁਖ ਵਿੱਚ ਪ੍ਰਵਿਰਤ ਜ਼ਰੂਰ ਕਰ ਸਕਦਾ ਹੈ। ਕਹਿੰਦੇ ਅੱਜ ਤੁਸੀਂ ਉਹਨਾਂ ਬਚਨਾਂ ਨੂੰ ਪੂਰਾ ਕਰਕੇ ਵਿਖਾਇਆ ਕਿ ਜਲੰਧਰ ਦੇ ਨਵਾਬ ਦਾ ਧਰਮ ਨਾਲ ਵਾਸਤਾ ਕੋਈ ਨਹੀਂ, ਜਿਹਨੇ ਕਦੇ ਕੋਈ ਧਾਰਮਿਕ ਸਥਾਨ 'ਤੇ ਜਾ ਕੇ ਬੰਦਗੀ ਨਹੀਂ ਕੀਤੀ, ਇਬਾਦਤ ਨਹੀਂ ਕੀਤੀ, ਅੱਜ ਤੁਹਾਡੀ ਕਮਾਈ ਨੂੰ ਤੱਕ ਕੇ, ਤੁਹਾਡੀ ਭਾਵਨਾ ਨੂੰ ਤੱਕ ਕੇ ਉਹ ਵੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਿਆ। ਸੋ ਪਿਆਰ ਵਾਲਿਓ, ਉਹ ਭਾਈ ਪਾਰੋ ਪਰਮਹੰਸ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਫਿਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਗੁਰਸਿੱਖੀ ਦੇ ਵਿੱਚ ਸਭ ਤੋਂ ਪਹਿਲਾ ਵਿਸਾਖੀ ਦਾ ਦਿਹਾੜਾ ਮਨਾਇਆ। ਉਹਨਾਂ ਦੀ ਕੁਲ ਦੇ ਵਿੱਚੋਂ ਭਾਈ ਸੁੱਧਾ ਜੀ ਦੇ ਧਰਮ ਸੁਪਤਨੀ ਮਾਤਾ ਦਿਆਲੀ ਜੀ ਦੀ ਕੁੱਖੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜਨਮ ਹੋਇਆ, ਜਿਨ੍ਹਾਂ ਨੂੰ ਪਹਿਲਾਂ ਭਾਈ ਦਇਆ ਰਾਮ ਕਿਹਾ ਜਾਂਦਾ ਸੀ। ਪਰ ਜਿਸ ਵਕਤ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ, ਅੰਮ੍ਰਿਤ ਸੰਚਾਰ ਤੋਂ ਬਾਅਦ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਦੀ ਵਰਤੋਂ ਕੀਤੀ। ਉਸ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜੋ ਜ਼ਿਕਰ ਇਸ ਬਾਣੀ ਦੇ ਵਿੱਚ ਆਇਆ, ਇਸੇ ਤਰ੍ਹਾਂ ਪੰਜਾਂ ਪਿਆਰਿਆਂ ਦੇ ਜ਼ਿਕਰ ਹੋਣਗੇ ਔਰ ਪੰਜ ਵੀਰਾਂ ਦੇ ਵੀ ਜ਼ਿਕਰ ਹੋਣਗੇ। ਉਹ ਪੰਜ ਵੀਰ, ਪੰਜ ਮੁਕਤੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸੋ ਇਸ ਬਾਣੀ ਦੇ ਵਿੱਚ ਸਤਿਗੁਰੂ ਦੀ ਕਲਾ ਹੈ, ਸਤਿਗੁਰੂ ਦੀ ਬਖਸ਼ਿਸ਼ ਹੈ, ਸਤਿਗੁਰੂ ਦੀ ਰਹਿਮਤ ਹੈ ਕਿ ਇਸ ਬਾਣੀ ਦੇ ਜਾਪ ਦੇ ਨਾਲ ਜਿੱਥੇ ਅੰਮ੍ਰਿਤ ਸੰਚਾਰ ਦਾ ਪਤਾ ਲੱਗਦਾ ਹੈ, ਅੰਮ੍ਰਿਤ ਦੀ ਮਹਾਨਤਾ ਦਾ ਪਤਾ ਲੱਗਦਾ ਹੈ, ਪੰਜਾਂ ਪਿਆਰਿਆਂ ਦੇ ਜਨਮ ਅਸਥਾਨ ਦਾ ਪਤਾ ਲੱਗਦਾ ਹੈ, ਪੰਜ ਮੁਕਤਿਆਂ ਦੇ ਇਤਿਹਾਸ ਦਾ ਪਤਾ ਲੱਗਦਾ, ਉੱਥੇ ਹੀ ਖਾਲਸੇ ਦੀ ਮਰਿਆਦਾ, ਖਾਲਸੇ ਦੀ ਰਹਿਤ ਬਾਰੇ ਪਤਾ ਲੱਗਦਾ ਹੈ। ਸੋ ਸਤਿਗੁਰ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਰਹਿੰਦੀ ਬਾਣੀ ਦੀ ਵਿਚਾਰ ਜ਼ਰੂਰ ਅੱਗੇ ਕਰਾਂਗੇ। ਸਤਿਗੁਰ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਾਉਣਗੇ। ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।